ਵਿਜ਼ਨ ਪੰਜਾਬ ਗੌਰਮੈਂਟ ਜੌਬਸ ਚੈਨਲ ਦੇਖ ਰਹੇ ਮੇਰੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਅਤੇ ਮੇਰੀ ਟੀਮ ਵੱਲੋਂ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਬਹੁਤ ਹੀ ਇੰਪੋਰਟੈਂਟ ਇੰਡੀਅਨ ਪੋਲਿਟੀ ਦੇ ਕੁਐਸਚਨ, ਜਿਹੜੇ ਕਿ ਲਗਭਗ ਹਰੇਕ ਹੀ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ। ਤੋ ਆਪਾਂ ਸਭ ਤੋਂ ਪਹਿਲਾਂ 50 ਕੁਐਸਚਨ ਜਿਹੜੇ ਆ ਉਹ ਕਵਰ ਕਰਾਂਗੇ ਇਸ ਵੀਡੀਓ ਦੇ ਵਿੱਚ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਰੀ ਇੰਡੀਅਨ ਪੋਲਿਟੀ ਜਿਹੜੀ ਆ ਉਹ ਕਵਰ ਕਰਾਈ ਜਾਊਗੀ। ਚੱਲਦੇ ਹਾਂ ਜੀ ਪਹਿਲੇ ਕੁਐਸਚਨ 'ਤੇ। Who among the following was the chairperson of the Provincial Constitution Committee of the Constitutional Assembly? ਜਿਹੜੀ ਕੌਂਸਟੀਟਿਊਸ਼ਨਲ ਅਸੈਂਬਲੀ ਆ ਉਹਦੀ ਪ੍ਰੋਵਿੰਸ਼ੀਅਲ ਕੌਂਸਟੀਟਿਊਸ਼ਨ ਕਮੇਟੀ ਦਾ ਚੇਅਰਪਰਸਨ ਕੌਣ ਸੀ? ਅਤੇ ਉਹਦਾ ਜਿਹੜਾ ਚੇਅਰਪਰਸਨ ਸੀ ਉਹ ਸਹੀ ਆਨਸਰ ਹੈ ਜੀ ਸਰਦਾਰ ਵੱਲਭ ਭਾਈ ਪਟੇਲ। ਚੱਲਦੇ ਹਾਂ ਜੀ ਨੈਕਸਟ ਕੁਐਸਚਨ 'ਤੇ। ਫਰੋਮ ਵਿਚ ਕੰਟਰੀ ਦਾ ਮੈਥਡ ਆਫ ਇੰਪੀਚਮੈਂਟ ਆਫ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਅਡਾਪਟਡ ਫਰੋਮ? ਕਿ ਜਿਹੜਾ ਆਪਾਂ ਪ੍ਰੈਜ਼ੀਡੈਂਟ ਨੂੰ ਇੰਪੀਚਮੈਂਟ ਕੀਤੀ ਜਾਂਦੀ ਆ ਉਹ ਮੈਥਡ ਜਿਹੜਾ ਵਾ ਉਹ ਕਿਹੜੀ ਕੰਟਰੀ ਤੋਂ ਲਿਆ ਗਿਆ? ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈ USA। ਚੱਲਦੇ ਹਾਂ ਜੀ ਨੈਕਸਟ ਕੁਐਸਚਨ 'ਤੇ। ਵਿਚ ਅਮੰਗ ਦਾ ਫੋਲੋਇੰਗ ਆਰਟੀਕਲ ਡਿਫਾਈਨ ਦਾ ਮਨੀ ਬਿੱਲ? ਆਪਸ਼ਨਸ ਹੈ ਜੀ ਆਰਟੀਕਲ 110, 111, 112 ਅਤੇ 113। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਰਟੀਕਲ 110। ਨੈਕਸਟ ਕੁਐਸਚਨ ਇਜ਼ ਵਟ ਫਰੈਕਸ਼ਨ ਆਫ ਰਾਜ ਸਭਾ ਮੈਂਬਰਸ ਰਿਟਾਇਰ ਆਫਟਰ ਐਵਰੀ 2 years? ਹਰ 2 ਸਾਲ ਬਾਅਦ ਰਾਜ ਸਭਾ ਦੇ ਕਿੰਨੇ ਮੈਂਬਰ ਜਿਹੜੇ ਆ ਉਹ ਰਿਟਾਇਰ ਹੋ ਜਾਂਦੇ ਆ? 2/3, 1/3, 1/2, 1/6। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ 1/3। 1/3 ਮੈਂਬਰ ਜਿਹੜੇ ਆ ਉਹ ਹਰ 2 ਸਾਲ ਬਾਅਦ ਜਿਹੜੇ ਆ ਉਹ ਰਿਟਾਇਰ ਹੋ ਜਾਂਦੇ ਆ। ਦਾ ਨੈਕਸਟ ਕੁਐਸਚਨ ਇਜ਼ The Constitution of India derive its ultimate authority from? ਕਿ ਜਿਹੜਾ ਕੌਨਸਟੀਟਿਊਸ਼ਨ ਆਫ ਇੰਡੀਆ ਉਹਦੀ ਜਿਹੜੀ ਅਲਟੀਮੇਟ ਅਥਾਰਟੀ ਆ ਉਹ ਕਿਹੜੀ ਆ? ਸੁਪਰੀਮ ਕੋਰਟ ਆਫ ਇੰਡੀਆ, ਪਾਰਲੀਮੈਂਟ ਆਫ ਇੰਡੀਆ, ਪੀਪਲ ਆਫ ਇੰਡੀਆ, ਕੌਨਸਟੀਟਿਊਸ਼ਨਲ ਅਸੈਂਬਲੀ ਆਫ ਇੰਡੀਆ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਪੀਪਲ ਆਫ ਇੰਡੀਆ। ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। In which year Constitution of India was amended for the first time? ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲੀ ਵਾਰ ਅਮੈਂਡਮੈਂਟ ਜਿਹੜੀ ਆ ਉਹ ਕਦੋਂ ਕੀਤੀ ਗਈ? 1950, 1951, 1952, 1953। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ 1951। ਨੈਕਸਟ ਕੁਐਸਚਨ ਇਜ਼ Which among the following are considered essential for the realization of the highest goods of India's citizen? ਇੰਡੀਆ ਦੇ ਸਿਟੀਜ਼ਨ ਵਾਸਤੇ ਇਹਨਾਂ ਵਿੱਚੋਂ ਕਿਹੜਾ ਜਿਹੜਾ ਅਸੈਂਸ਼ੀਅਲ ਆ? ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼, DPSP, ਪ੍ਰੀਮੀਅਮਬਲ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਫੰਡਾਮੈਂਟਲ ਰਾਈਟਸ। ਚੱਲਦੇ ਨੈਕਸਟ ਕੁਐਸਚਨ 'ਤੇ। ਸਿੰਗਲ ਸਿਟੀਜ਼ਨ ਇਨ ਇੰਡੀਆ ਹੈਜ਼ ਬੀਨ ਟੇਕਨ ਫਰੋਮ ਵਿਚ ਕੰਟਰੀ? ਕਿ ਜਿਹੜੀ ਸਿੰਗਲ ਸਿਟੀਜ਼ਨ ਆ ਇੰਡੀਆ ਦੀ ਉਹ ਕਿਹੜੀ ਕੰਟਰੀ ਕੋਲੋਂ ਲਈ ਗਈ ਆ? ਤਾਂ ਪਹਿਲੀ ਆਪਸ਼ਨ ਹੈ ਬ੍ਰਿਟੇਨ, ਕੈਨੇਡਾ, ਬੋਥ 1 and 2, USA। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਬੋਥ 1 and 2। ਇਹ ਜਿਹੜੀ ਅਸਲ ਦੇ ਵਿੱਚ ਆ ਸਭ ਤੋਂ ਪਹਿਲਾਂ ਸਿੰਗਲ ਸਿਟੀਜ਼ਨਸ਼ਿਪ ਜਿਹੜੀ ਆ ਉਹ ਬ੍ਰਿਟੇਨ UK ਤੋਂ ਲਈ ਗਈ, ਪਰ ਇਸ ਵੇਲੇ ਜਿਹੜੀ UK ਦੀ ਸਿਟੀਜ਼ਨ ਹੈ ਉਹ ਡਿਊਲ ਸਿਟੀਜ਼ਨ ਦੇ ਤੌਰ 'ਤੇ ਬਣ ਚੁੱਕੀ ਹੈ। ਨੈਕਸਟ ਕੁਐਸਚਨ ਹੈ ਜੀ ਸਰ ਐਡਵਿਨ ਮੌਂਟੇਗਿਊ ਐਂਡ ਦਾ ਵਾਇਸਰਾਏ ਲਾਰਡ ਚੈਮਸਫੋਰਡ ਆਰ ਰਿਲੇਟਡ ਟੂ ਵਿਚ ਆਫ ਦੀ ਫੋਲੋਇੰਗ? ਐਡਵਿਨ ਮੌਂਟੇਗਿਊ ਅਤੇ ਵਾਇਸਰਾਏ ਜਿਹੜੇ ਲਾਰਡ ਚੈਮਸਫੋਰਡ ਇਹ ਕਿਹਦੇ ਨਾਲ ਸੰਬੰਧਿਤ ਸਨ? ਪਹਿਲਾ ਹੈ ਜੀ ਗਵਰਨਮੈਂਟ ਆਫ ਇੰਡੀਆ ਐਕਟ 1858, ਗਵਰਨਮੈਂਟ ਆਫ ਇੰਡੀਆ ਐਕਟ 1909, ਗਵਰਨਮੈਂਟ ਆਫ ਇੰਡੀਆ ਐਕਟ 1919, ਗਵਰਨਮੈਂਟ ਆਫ ਇੰਡੀਆ ਐਕਟ 1935। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਗਵਰਨਮੈਂਟ ਆਫ ਇੰਡੀਆ ਐਕਟ 1919। ਨੈਕਸਟ ਕੁਐਸਚਨ ਇਜ਼ Contingency Fund of India has been placed at the disposal of which of the following authority?
ਕਿ ਜਿਹੜਾ ਕੰਟੀਜੈਂਸੀ ਫੰਡ ਹੈ ਇੰਡੀਆ ਦਾ ਉਹ ਕਿਹਦੀ ਅਥਾਰਟੀ ਦੇ ਨਾਲ ਜਿਹੜਾ ਉਹ ਪਲੇਸ ਕੀਤਾ ਜਾਂਦਾ ਤੇ ਜਿਹੜਾ ਉਹਨੂੰ ਯੂਜ਼ ਕੀਤਾ ਜਾਂਦਾ। ਫਸਟ ਆਪਸ਼ਨ ਹੈ CAG, ਕੰਟਰੋਲਰ ਐਂਡ ਆਡਿਟ ਜਨਰਲ ਆਫ ਇੰਡੀਆ, ਪ੍ਰੈਜ਼ੀਡੈਂਟ ਆਫ ਇੰਡੀਆ, ਪਾਰਲੀਮੈਂਟ ਆਫ ਇੰਡੀਆ, ਪ੍ਰਾਈਮ ਮਿਨਿਸਟਰ ਆਫ ਇੰਡੀਆ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਪ੍ਰੈਜ਼ੀਡੈਂਟ ਆਫ ਇੰਡੀਆ। ਇੱਥੇ ਮੈਂ ਵੀ ਦੱਸਣਾ ਚਾਹੂੰਗਾ ਕਿ ਜਿਹੜਾ ਕੰਟੀਜੈਂਸੀ ਫੰਡ ਆਫ ਸਟੇਟ ਆ ਉਹਦੀ ਅਥਾਰਟੀ ਜਿਹੜੀ ਆ ਉਹ ਗਵਰਨਰ ਆਫ ਦੀ ਸਟੇਟ ਕੋਲ ਹੁੰਦੀ ਆ। ਨੈਕਸਟ ਕੁਐਸਚਨ ਇਜ਼ what will follow if a bill is to bifurcate a state is rejected by the state assembly? ਕੀ ਫੋਲੋ ਕਰਨਾ ਚਾਹੀਦਾ ਪਾਰਲੀਮੈਂਟ ਨੂੰ ਜਦੋਂ ਕਿ ਸਟੇਟ ਅਸੈਂਬਲੀ ਦੁਆਰਾ ਜਿਹੜਾ ਬਿੱਲ ਆ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਵਾ। ਤਾਂ ਆਪਸ਼ਨਸ ਹੈ ਪਾਰਲੀਮੈਂਟ may still proceed with bifurcation of state, the bill will get lapsed, the governor of the state may initiate reintroduction of the bill, the governor may take ordinance route to bifurcate of state। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਪਾਰਲੀਮੈਂਟ may still with bifurcate of state, ਕਿ ਪਾਰਲੀਮੈਂਟ ਜਿਹੜੀ ਆ ਉਹ ਇਹਨੂੰ ਦੋ ਹਿੱਸਿਆਂ ਦੇ ਵਿੱਚ ਜਿਹੜਾ ਵਾ ਉਹ ਪ੍ਰੋਸੀਡ ਕਰ ਸਕਦੀ ਹੈ। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਮਸਟ ਬੀ ਅਪਰੂਵਡ ਬਾਈ ਦੀ ਪਬਲਿਕ ਅਕਾਊਂਟ ਕਮੇਟੀ ਬਿਫੋਰ ਬੀਇੰਗ ਸਬਮਿਟਡ ਟੂ ਦੀ ਲੋਕ ਸਭਾ ਫਾਰ ਵੋਟਿੰਗ। ਲੋਕ ਸਭਾ ਦੇ ਵਿੱਚ ਵੋਟਿੰਗ ਤੋਂ ਪਹਿਲਾਂ ਪਬਲਿਕ ਅਕਾਊਂਟ ਕਮੇਟੀ ਜਿਹੜੀ ਆ ਉਹ ਕਿਹੜੀ ਚੀਜ਼ ਨੂੰ ਅਪਰੂਵ ਕਰੂਗੀ। ਫਸਟ ਹੈ ਸਪਲੀਮੈਂਟਰੀ ਗ੍ਰਾਂਟਸ, ਐਕਸੈਪਸ਼ਨਲ ਗ੍ਰਾਂਟਸ, ਟੋਕਨ ਗ੍ਰਾਂਟਸ, ਐਕਸੈਸ ਗ੍ਰਾਂਟਸ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਐਕਸੈਸ ਗ੍ਰਾਂਟਸ। ਐਕਸੈਸ ਗ੍ਰਾਂਟਸ ਕੀ ਹਨ ਕਿ ਜਿੰਨਾ ਬਜਟ ਹੈ ਉਸ ਤੋਂ ਜ਼ਿਆਦਾ ਜਿਹੜਾ ਖਰਚਾ ਹੋ ਗਿਆ ਤਾਂ ਉਹਦੇ ਵਾਸਤੇ ਆਪਾਂ ਨੂੰ ਐਕਸੈਸ ਜਿਹੜੀ ਗ੍ਰਾਂਟ ਆ ਉਹ ਲੈਣੀ, ਉਹਦੀ ਪਰਮਿਸ਼ਨ ਲੈਣੀ ਪੈਂਦੀ ਆ। ਨੈਕਸਟ ਕੁਐਸਚਨ ਹੈ ਫਾਰ ਦਾ ਐਕਸਰਸਾਈਜ਼ ਆਫ ਦੀ ਪਾਵਰ ਆਫ ਹਿਜ਼ ਆਫਿਸ ਪ੍ਰੈਜ਼ੀਡੈਂਟ ਹੈਜ਼ ਬੀਨ ਮੇਡ ਆਨਸਰੇਬਲ ਟੂ, ਕਿ ਆਪਾਂ ਇਹ ਦੇਖਣਾ ਕਿ ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਪਾਵਰਾਂ ਵਾ ਉਹ ਕਿਹਨੂੰ ਆਨਸਰੇਬਲ ਹੁੰਦਾ, ਕਿਹਨੂੰ ਜਵਾਬਦੇਹ ਹੁੰਦਾ ਵਾ। ਪਹਿਲੀ ਆਪਸ਼ਨ ਹੈ ਜੀ ਓਨਲੀ ਸੁਪਰੀਮ ਕੋਰਟ, ਓਨਲੀ ਚੀਫ ਜਸਟਿਸ ਆਫ ਇੰਡੀਆ, ਆਈਦਰ ਸੁਪਰੀਮ ਕੋਰਟ ਔਰ ਹਾਈ ਕੋਰਟ। the last one option is none of the above। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈ ਜੀ none of the above। ਇਹਦੇ ਵਿੱਚ ਜਿਹੜਾ ਕੌਨਸਟੀਟਿਊਸ਼ਨਲ ਦਾ ਆਰਟੀਕਲ 361 ਆ ਉਹਦੇ ਵਿੱਚ ਪ੍ਰੋਟੈਕਸ਼ਨ ਆਫ ਪ੍ਰੈਜ਼ੀਡੈਂਟ ਐਂਡ ਗਵਰਨਰ ਐਂਡ ਰਾਜ ਪ੍ਰਮੁੱਖ ਦੇ ਬਾਰੇ ਵਿੱਚ ਦੱਸਿਆ ਗਿਆ ਹੈ, ਜਿਹਦੇ ਵਿੱਚ ਕਿ ਜਿਹੜਾ ਪ੍ਰੈਜ਼ੀਡੈਂਟ ਜਾਂ ਗਵਰਨਰ ਹੈ ਉਹ ਕਿਸੇ ਵੀ ਇਹਨਾਂ ਦੇ ਵਿੱਚੋਂ ਆਨਸਰੇਬਲ ਨਹੀਂ ਹੁੰਦਾ ਕਿਸੇ ਨੂੰ ਵੀ। ਨੈਕਸਟ ਕੁਐਸਚਨ ਇਜ਼ ਵਿਚ ਐਕਟ ਡੂਰਿੰਗ ਪ੍ਰੈਜ਼ੀਡੈਂਟ ਆਫ ਇੰਡੀਆ ਪ੍ਰੋਵਾਈਡਡ ਫਾਈਨੈਂਸ਼ੀਅਲ ਗ੍ਰਾਂਟ ਫਾਰ ਇਨਕਰੇਜਮੈਂਟ ਆਫ ਇੰਡੀਅਨ ਲਿਟਰੇਚਰ ਐਂਡ ਪ੍ਰਮੋਸ਼ਨ ਆਫ ਸਾਇੰਸ। ਇਹਨਾਂ ਦੇ ਵਿੱਚੋਂ ਕਿਹੜਾ ਐਕਟ ਆ ਬ੍ਰਿਟਿਸ਼ ਇੰਡੀਆ ਦੁਆਰਾ ਜਿਹਦੇ ਵਿੱਚ ਕਿ ਲਿਟਰੇਚਰ ਅਤੇ ਪ੍ਰਮੋਸ਼ਨ ਆਫ ਸਾਇੰਸ ਨੂੰ ਇਨਕਰੇਜ ਕੀਤਾ ਗਿਆ। ਫਸਟ ਹੈ ਜੀ ਅਮੈਂਡਮੈਂਟ ਐਕਟ ਆਫ 1781, ਚਾਰਟਰ ਐਕਟ ਆਫ 1813, ਚਾਰਟਰ ਐਕਟ ਆਫ 1833, ਚਾਰਟਰ ਐਕਟ ਆਫ 1853। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਚਾਰਟਰ ਐਕਟ ਆਫ 1813। ਨੈਕਸਟ ਕੁਐਸਚਨ ਇਜ਼ which of the following act introduced the principle of constitutional autocracy। ਇਹਨਾਂ ਦੇ ਵਿੱਚੋਂ ਕਿਹੜਾ ਐਕਟ ਜਿਹੜਾ ਵਾ ਜਿਹਨੇ ਕਿ ਕਨਸਟੀਟਿਊਸ਼ਨਲ ਆਟੋਕ੍ਰੇਸੀ ਦਾ ਪ੍ਰਿੰਸੀਪਲ ਨੂੰ ਇੰਟਰੋਡਿਊਸ ਕੀਤਾ। ਆਪਸ਼ਨਸ ਹੈ ਜੀ ਇੰਡੀਅਨ ਕੌਂਸਲ ਐਕਟ 1891, ਗਵਰਨਮੈਂਟ ਆਫ ਇੰਡੀਆ ਐਕਟ 1919, ਗਵਰਨਮੈਂਟ ਆਫ ਇੰਡੀਆ ਐਕਟ 1935, ਇੰਡੀਪੈਂਡੈਂਸ ਆਫ ਇੰਡੀਆ ਐਕਟ 1947। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਗਵਰਨਮੈਂਟ ਆਫ ਇੰਡੀਆ ਐਕਟ 1935। ਨੈਕਸਟ ਕੁਐਸਚਨ ਇਜ਼ ਇੰਡੀਪੈਂਡੈਂਸ ਆਫ ਇੰਡੀਆ ਐਕਟ ਵਾਜ਼ ਰਿਜ਼ਲਟ ਆਫ ਵਿਚ ਆਫ ਦੀ ਫਾਲੋਇੰਗ ਪਲਾਨ ਆਫ ਪੈਕਟ। ਇੰਡੀਪੈਂਡੈਂਸ ਆਫ ਇੰਡੀਆ ਐਕਟ ਜਿਹੜਾ ਵਾ ਉਹ ਇਹਨਾਂ ਦੇ ਵਿੱਚੋਂ ਕਿਹੜੇ ਪਲਾਨ ਜਾਂ ਪੈਕਟ ਦਾ ਰਿਜ਼ਲਟ ਸੀ। ਫਸਟ ਹੈ ਜੀ ਮਾਊਂਟਬੈਟਨ ਪਲਾਨ, ਲਖਨਊ ਪੈਕਟ, ਦਿੱਲੀ ਮੈਨੀਫੈਸਟੋ, ਦਿੱਲੀ ਪੈਕਟ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਮਾਊਂਟਬੈਟਨ ਪਲਾਨ। ਨੈਕਸਟ ਕੁਐਸਚਨ ਇਜ਼
which act provided some share to Indians in the administration of their country? ਇਹਨਾਂ ਦੇ ਵਿੱਚੋਂ ਕਿਹੜੇ ਐਕਟ ਦੇ ਵਿੱਚ ਇੰਡੀਅਨਸ ਨੂੰ ਐਡਮਿਨਿਸਟ੍ਰੇਸ਼ਨ ਪੋਸਟਾਂ ਦੇ ਵਿੱਚ ਜਿਹੜੀਆਂ ਕਿ ਆਪਣੇ ਇੰਡੀਆ ਦੇ ਵਿੱਚ ਹੁੰਦੀਆਂ ਸੀ ਅੰਗਰੇਜ਼ਾਂ ਦੇ ਟਾਈਮ ਤੇ ਉਹਦੇ ਵਿੱਚ ਕੁਝ ਸ਼ੇਅਰ ਜਿਹੜਾ ਉਹ ਪ੍ਰੋਵਾਈਡ ਕੀਤਾ ਗਿਆ? ਆਪਸ਼ਨਸ ਹੈ ਜੀ ਰੈਗੂਲੇਟਿੰਗ ਐਕਟ 1773, ਪਿਟਸ ਇੰਡੀਆ ਐਕਟ 1784, ਚਾਰਟਰ ਐਕਟ ਆਫ 1833, ਚਾਰਟਰ ਐਕਟ ਆਫ 1813। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਚਾਰਟਰ ਐਕਟ ਆਫ 1833। ਨੈਕਸਟ ਕੁਐਸਚਨ ਇਜ਼ who was the vice president of the execution council in the interim government formed in 1946? 1946 ਦੇ ਵਿੱਚ ਜਿਹੜੀ ਇੰਟਰਿਮ ਗਵਰਨਮੈਂਟ ਬਣੀ ਉਹਦਾ ਵਾਈਸ ਪ੍ਰੈਜ਼ੀਡੈਂਟ ਕੌਣ ਸੀ ਗੋਪਾਲਾਚਾਰੀ, ਡਾਕਟਰ ਰਾਜਿੰਦਰ ਪ੍ਰਸਾਦ, ਜਵਾਹਰ ਲਾਲ ਨਹਿਰੂ, HC ਮੁਖਰਜੀ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਜਵਾਹਰ ਲਾਲ ਨਹਿਰੂ। ਨੈਕਸਟ ਕੁਐਸਚਨ ਇਜ਼ which of the following right is available to both foreigner and Indians? ਇਹਨਾਂ ਦੇ ਵਿੱਚੋਂ ਕਿਹੜੇ ਰਾਈਟਸ ਜਿਹੜੇ ਆ ਉਹ ਫੋਰਨਰ ਤੇ ਇੰਡੀਅਨ ਦੋਨਾਂ ਨੂੰ ਅਵੇਲੇਬਲ ਹੈਗੇ ਆ? ਫਸਟ ਆਪਸ਼ਨ ਇਜ਼ ਰਾਈਟ ਅਗੇਂਸਟ ਡਿਸਕ੍ਰਿਮੀਨੇਸ਼ਨ ਆਫ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ ਔਰ ਪਲੇਸ ਆਫ ਬਰਥ। ਸੈਕੰਡ ਇਜ਼ ਰਾਈਟ ਟੂ ਇਕੁਐਲਿਟੀ ਆਫ ਅਪਰਚੂਨਿਟੀ in matters of public employment। थर्ड है जी प्रोटेक्शन ऑफ लाइफ एंड पर्सनल प्रॉपर्टी। एंड लास्ट है जी प्रोटेक्शन ऑफ लैंग्वेज, स्क्रिप्ट एंड क्लस्टर ऑफ माइनॉरिटीज़। तो जिहड़ा दा सही आंसर है जी वो है प्रोटेक्शन ऑफ लाइफ एंड पर्सनल प्रॉपर्टी, जिहड़ा कि आर्टिकल 21 के अंडर आउंदा है। नेक्स्ट क्वेश्चन इज विच ऑफ द फॉलोइंग आर्टिकल डायरैक्ट द स्टेट गवर्नमेंट टू ऑर्गेनाइज ਵਿਲੇਜ ਪੰਚਾਇਤ? ਇਹਨਾਂ ਦੇ ਵਿੱਚੋਂ ਕਿਹੜਾ ਆਰਟੀਕਲ ਹੈ ਜਿਹੜਾ ਸਟੇਟ ਗਵਰਨਮੈਂਟ ਨੂੰ ਵਿਲੇਜ ਪੰਚਾਇਤ ਜਿਹੜੀ ਆ ਆਰਗੇਨਾਈਜ਼ ਕਰਨ ਲਈ ਡਾਇਰੈਕਸ਼ਨ ਦਿੰਦਾ? ਫਸਟ ਹੈ ਜੀ ਆਰਟੀਕਲ 39, ਆਰਟੀਕਲ 48, ਆਰਟੀਕਲ 40, ਆਰਟੀਕਲ 47। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਰਟੀਕਲ 40। ਨੈਕਸਟ ਕੁਐਸਚਨ ਇਜ਼ how many states and union territory were created after the recommendation of State Recognition Commission formed in 1953? 1953 ਦੇ ਵਿੱਚ ਜਿਹੜਾ ਸਟੇਟ ਰਿਕੋਗਨਾਈਜੇਸ਼ਨ ਕਮਿਸ਼ਨ ਬਣਿਆ ਉਸ ਦੇ ਮੁਤਾਬਕ ਜਿਹੜੀਆਂ ਕਿੰਨੀਆਂ ਸਟੇਟਸ ਤੇ ਯੂਨੀਅਨ ਟੈਰੀਟਰੀ ਜਿਹੜੀਆਂ ਉਹ ਕ੍ਰੀਏਟ ਕੀਤੀਆਂ ਗਈਆਂ ਸਨ? ਪਹਿਲੀ ਆਪਸ਼ਨ ਹੈ ਜੀ 16 ਸਟੇਟਾਂ ਤੇ 3 ਯੂਨੀਅਨ ਟੈਰੀਟਰੀ, 14 ਸਟੇਟ ਐਂਡ 6 ਯੂਨੀਅਨ ਟੈਰੀਟਰੀ, 15 ਸਟੇਟ ਤੇ 5 ਯੂਨੀਅਨ ਟੈਰੀਟਰੀ, 14 ਸਟੇਟ ਤੇ 5 ਯੂਨੀਅਨ ਟੈਰੀਟਰੀ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ 14 ਸਟੇਟ ਤੇ 6 ਯੂਨੀਅਨ ਟੈਰੀਟਰੀ। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫਾਲੋਇੰਗ ਆਰਟੀਕਲ constitute the directive principle of state policy in the Indian Constitution? ਇਹਨਾਂ ਦੇ ਵਿੱਚੋਂ ਕਿਹੜਾ ਆਰਟੀਕਲ ਜਿਹੜਾ ਵਾ ਉਹ DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨੂੰ ਡੀਲ ਕਰਦਾ? ਫਸਟ ਹੈ ਜੀ ਆਰਟੀਕਲ 12 ਤੋਂ 35, ਆਰਟੀਕਲ 36 ਤੋਂ 51, ਆਰਟੀਕਲ 35 ਤੋਂ 51। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਰਟੀਕਲ 36 ਤੋਂ 51। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫਾਲੋਇੰਗ ਪ੍ਰੋਵੀਜ਼ਨ ਕੈਨ ਨਾਟ ਬੀ ਅਮੈਂਡਡ ਬਾਈ ਦੀ ਸਿੰਪਲ ਮੈਜੋਰਟੀ? ਇਹਨਾਂ ਦੇ ਵਿੱਚੋਂ ਕਿਹੜੀ ਅਮੈਂਡਮੈਂਟ ਜਿਹੜੀ ਆ ਉਹ ਸਿੰਪਲ ਮੈਜੋਰਟੀ ਦੇ ਨਾਲ ਜਿਹੜੀ ਆ ਉਹ ਨਹੀਂ ਹੋ ਸਕਦੀ? ਫਸਟ ਹੈ ਜੀ ਐਡਮਿਸ਼ਨ ਔਰ ਐਸਟੈਬਲਿਸ਼ਮੈਂਟ ਆਫ ਨਿਊ ਸਟੇਟਸ, abolition or creation of legislative council in states, directive principle of state policy, sixth schedule administration of tribal areas। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਜੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਇਹਦੇ ਵਿੱਚ ਕੀ ਹੈ ਕਿ ਸਾਰੀਆਂ ਜਿਹੜੀਆਂ ਦਿੱਤੀਆਂ ਆਪਾਂ ਨੂੰ ਇਹ ਸਿੰਪਲ ਮੈਜੋਰਟੀ ਦੇ ਨਾਲ ਅਮੈਂਡ ਕੀਤੀਆਂ ਜਾਂਦੀਆਂ, ਜਦੋਂ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਤੇ ਫੰਡਾਮੈਂਟਲ ਰਾਈਟਸ ਦੋਨੇ ਜਿਹੜੇ ਆ ਇਹ ਸਪੈਸ਼ਲ ਮੈਜੋਰਟੀ ਦੇ ਨਾਲ ਅਮੈਂਡ ਕੀਤੇ ਜਾ ਸਕਦੇ ਆ। ਨੈਕਸਟ ਕੁਐਸਚਨ ਇਜ਼ ਵਿਚ ਟਾਈਪ ਆਫ ਪ੍ਰੋਸੀਜਰ ਇਜ਼ ਇਨਵੋਲਵਡ ਇਨ ਦਾ ਇੰਪੀਚਮੈਂਟ ਆਫ ਦੀ ਪ੍ਰੈਜ਼ੀਡੈਂਟ ਆਫ ਇੰਡੀਆ? ਜਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਇੰਪੀਚਮੈਂਟ ਜਦੋਂ ਹਟਾਇਆ ਜਾਂਦਾ
ਤਾਂ ਇਹਨਾਂ ਦੇ ਵਿੱਚੋਂ ਕਿਹੜਾ ਮੈਥਡ ਜਿਹੜਾ ਵਾ ਉਹ ਕਿਹੜੀ ਤਰ੍ਹਾਂ ਦਾ ਮੈਥਡ ਹੁੰਦਾ। ਫਸਟ ਹੈ ਜੀ ਲੈਜਿਸਲੇਟਿਵ ਪ੍ਰੋਸੀਜਰ, ਐਗਜ਼ੀਕਿਊਟਿਵ ਪ੍ਰੋਸੀਜਰ, ਜੁਡੀਸ਼ੀਅਲ ਪ੍ਰੋਸੀਜਰ, ਕੁਆਸੀ ਜੁਡੀਸ਼ੀਅਲ ਪ੍ਰੋਸੀਜਰ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਕੁਆਸੀ ਜੁਡੀਸ਼ੀਅਲ ਪ੍ਰੋਸੀਜਰ। ਨੈਕਸਟ ਕੁਐਸਚਨ ਇਜ਼ in whose name all the executive action of the government of India are taken। ਕਿ ਕਿਹਦੇ ਨਾਂ 'ਤੇ ਜਿੰਨੇ ਵੀ ਗਵਰਨਮੈਂਟ ਆਫ ਇੰਡੀਆ ਦੇ ਐਕਸ਼ਨਸ ਹਨ ਉਹ ਲਏ ਜਾਂਦੇ ਹਨ। ਆਪਸ਼ਨਸ ਹੈ ਜੀ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਕਾਉਂਸਲ ਆਫ ਮਿਨਿਸਟਰਸ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਪ੍ਰੈਜ਼ੀਡੈਂਟ। ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਪ੍ਰੈਜ਼ੀਡੈਂਟ। ਨੈਕਸਟ ਕੁਐਸਚਨ ਇਜ਼ on whose advice the president can promulgate or withdraw an ordinance। ਕਿ ਕਿਹਦੀ ਐਡਵਾਈਸ ਦੇ ਨਾਲ ਪ੍ਰੈਜ਼ੀਡੈਂਟ ਜਿਹੜਾ ਵਾ ਉਹ ਆਰਡੀਨੈਂਸ ਨੂੰ ਵਿਡਰਾ ਕਰ ਸਕਦਾ ਜਾਂ ਉਹਦਾ ਐਲਾਨ ਕਰ ਸਕਦਾ। ਆਪਸ਼ਨਸ ਹੈ ਜੀ ਪ੍ਰਾਈਮ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ, ਕਾਉਂਸਲ ਆਫ ਮਿਨਿਸਟਰ, ਔਨ ਹਿਜ਼ ਓਵਨ ਵਿਲ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਕਾਉਂਸਲ ਆਫ ਮਿਨਿਸਟਰ। ਨੈਕਸਟ ਕੁਐਸਚਨ ਇਜ਼ which of the following is not appointed by the president of India। ਆਪਸ਼ਨਸ ਹੈ ਜੀ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਦੁਆਰਾ ਨਹੀਂ ਅਪੁਆਇੰਟ ਕੀਤਾ ਜਾਂਦਾ। ਫਸਟ ਹੈ ਜੀ ਪ੍ਰਾਈਮ ਮਿਨਿਸਟਰ, ਚੀਫ ਇਲੈਕਸ਼ਨ ਕਮਿਸ਼ਨਰ, ਵਾਈਸ ਪ੍ਰੈਜ਼ੀਡੈਂਟ, ਗਵਰਨਰ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਵਾਈਸ ਪ੍ਰੈਜ਼ੀਡੈਂਟ। ਵਾਈਸ ਪ੍ਰੈਜ਼ੀਡੈਂਟ ਜਿਹੜਾ ਉਹ ਰਾਜ ਸਭਾ ਦਾ ਚੇਅਰਪਰਸਨ ਹੁੰਦਾ। ਬਾਕੀ ਸਾਰਿਆਂ ਨੂੰ ਇਹਨਾਂ ਦੇ ਵਿੱਚ ਜਿਹੜੇ ਦਿੱਤੇ ਗਏ ਆ ਉਹਨਾਂ ਨੂੰ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ। ਨੈਕਸਟ ਕੁਐਸਚਨ ਇਜ਼ ਹੂ ਕੈਨ ਐਡਵਾਈਜ਼ ਦਾ ਪ੍ਰੈਜ਼ੀਡੈਂਟ ਟੂ ਡਿਸੋਲਵ ਦੀ ਲੋਕ ਸਭਾ ਔਨ ਦੀ ਗਰਾਊਂਡ ਦੈਟ ਦੀ ਹਾਊਸ ਡਸ ਨਾਟ ਰਿਪਰੈਜ਼ੈਂਟ ਦਾ ਵਿਊਜ਼ ਆਫ ਦੀ ਇਲੈਕਟੋਰੇਟ ਫੇਥਫੁਲੀ। ਕਿ ਕਿਹਦੀ ਐਡਵਾਈਸ ਦੇ ਨਾਲ ਲੋਕ ਸਭਾ ਜਿਹੜੀ ਆ ਭੰਗ ਕੀਤੀ ਜਾ ਸਕਦੀ ਆ ਜਦੋਂ ਉਹਨਾਂ ਨੂੰ ਲੱਗੇ ਕਿ ਜਿਹੜਾ ਫੰਕਸ਼ਨ ਆ ਉਹ ਫੇਥਫੁਲੀ ਜਿਹੜਾ ਉਹ ਨਹੀਂ ਹੋ ਰਿਹਾ। ਆਪਸ਼ਨਸ ਹੈ ਜੀ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਕਾਉਂਸਲ ਆਫ ਮਿਨਿਸਟਰ, ਰਾਜ ਸਭਾ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਕਾਉਂਸਲ ਆਫ ਮਿਨਿਸਟਰ। ਕਾਉਂਸਲ ਆਫ ਮਿਨਿਸਟਰ ਦੇ ਕਹਿਣ 'ਤੇ ਲੋਕ ਸਭਾ ਜਿਹੜੀ ਆ ਉਹ ਭੰਗ ਕੀਤੀ ਜਾ ਸਕਦੀ ਆ। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫਾਲੋਇੰਗ ਇਜ਼ ਆਲਸੋ ਨੋਨ ਐਜ਼ ਸੁਪਰ ਕੈਬਨਿਟ। ਇਹਨਾਂ ਦੇ ਵਿੱਚੋਂ ਕਿਹਨੂੰ ਸੁਪਰ ਕੈਬਨਿਟ ਦੇ ਨਾਮ ਨਾਲ ਜਾਣਿਆ ਜਾਂਦਾ। ਫਸਟ ਹੈ ਜੀ ਪੋਲੀਟੀਕਲ ਅਫੇਅਰ ਕਮੇਟੀ, ਇਕਨੋਮਿਕ ਅਫੇਅਰ ਕਮੇਟੀ, ਅਪੁਆਇੰਟਮੈਂਟ ਕਮੇਟੀ, ਪਾਰਲੀਮੈਂਟਰੀ ਅਫੇਅਰ ਕਮੇਟੀ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਪੋਲੀਟੀਕਲ ਅਫੇਅਰ ਕਮੇਟੀ। ਨੈਕਸਟ ਕੁਐਸਚਨ ਇਜ਼ ਵਾਟ ਇਜ਼ ਦਾ ਫੰਕਸ਼ਨ ਆਫ ਪ੍ਰੋ ਟੈਮ ਸਪੀਕਰ। ਪ੍ਰੋ ਟੈਮ ਸਪੀਕਰ ਦਾ ਕੀ ਕੰਮ ਹੈ। ਫਸਟ ਆਪਸ਼ਨ ਹੈ ਜੀ ਐਡਮਿਨਿਸਟਰ ਔਰ ਟੂ ਮੈਂਬਰਸ, check if the election certificate of the members are in order, conduct proceedings of the house in the absence of speaker, select the deputy speaker। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਐਡਮਿਨਿਸਟਰ ਔਰ ਟੂ ਮਿਨਿਸਟਰਸ। ਕਿ ਇਹ ਕੀ ਆ ਕਿ ਉਹ ਉਹਨਾਂ ਚਿਰ ਹੀ ਕੰਮ ਕਰੂਗਾ। ਇਹ ਸੀਨੀਅਰ ਮੋਸਟ ਮੈਂਬਰ ਹੁੰਦਾ ਲੋਕ ਸਭਾ ਦਾ ਜਿਹਨੂੰ ਕਿ ਪ੍ਰੋ ਟਾਈਮ ਸਪੀਕਰ ਦੇ ਤੌਰ 'ਤੇ ਚੁਣਿਆ ਜਾਂਦਾ। ਅਤੇ ਇਹ ਉਹਨਾਂ ਚਿਰ ਤੱਕ ਰਹਿੰਦਾ ਜਿੰਨਾ ਚਿਰ ਤੱਕ ਜਿਹੜੀ ਨਵੀਂ ਗੌਰਮੈਂਟ ਆ ਉਹ ਫਾਰਮ ਨਹੀਂ ਹੋ ਜਾਂਦੀ। ਨੈਕਸਟ ਕੁਐਸਚਨ ਇਜ਼ ਵਾਟ ਇਜ਼ ਦਾ ਮਿਨੀਮਮ ਨੰਬਰ ਆਫ ਇਲੈਕਟਰ ਨੀਡਡ ਟੂ ਬੀ ਪ੍ਰਪੋਜ਼ਰ ਆਫ ਦੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ। ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਵਾਸਤੇ ਕਿੰਨੇ ਪ੍ਰਪੋਜ਼ਰ ਜਿਹੜੇ ਆ ਉਹ ਚਾਹੀਦੇ ਹੁੰਦੇ ਆ। ਆਪਸ਼ਨਸ ਹੈ 50 ਇਲੈਕਟਰਸ, 55 ਇਲੈਕਟਰਸ, 60 ਇਲੈਕਟਰਸ, 65 ਇਲੈਕਟਰਸ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ 50 ਇਲੈਕਟਰਸ। ਇਹਦੇ ਵਾਸਤੇ ਕੀ ਆ ਕਿ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਉਹਦੇ ਵਾਸਤੇ 50 ਜਿਹੜੇ ਆ ਪ੍ਰਪੋਜ਼ਰ ਚਾਹੀਦੇ ਹੁੰਦੇ ਆ ਅਤੇ 50 ਜਿਹੜੇ ਆ ਉਹ ਸੈਕੰਡਰਸ ਚਾਹੀਦੇ ਹੁੰਦੇ ਆ। ਚੱਲਦੇ ਹਾਂ ਜੀ ਨੈਕਸਟ ਕੁਐਸਚਨ 'ਤੇ। ਹੂ ਕੈਨ ਰਿਕਮੈਂਡ ਡੈਜ਼ੋਲੇਸ਼ਨ ਆਫ ਦੀ ਲੋਕ ਸਭਾ ਟੂ ਪ੍ਰੈਜ਼ੀਡੈਂਟ ਐਟ ਐਨੀ ਟਾਈਮ। ਕਿ ਕਿਹਦੀ ਰਿਕਮੈਂਡੇਸ਼ਨ ਦੇ ਨਾਲ ਲੋਕ ਸਭਾ ਜਿਹੜੀ ਆ ਉਹ ਪ੍ਰੈਜ਼ੀਡੈਂਟ ਕਿਸੇ ਵੇਲੇ ਵੀ ਭੰਗ ਕਰ ਸਕਦਾ।
ਆਪਸ਼ਨਸ ਹੈ ਜੀ ਪ੍ਰਾਈਮ ਮਿਨਿਸਟਰ, ਕੌਂਸਲ ਆਫ ਮਿਨਿਸਟਰ, ਲੋਕ ਸਭਾ, ਸਪੀਕਰ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਜੀ ਕੌਂਸਲ ਆਫ ਮਿਨਿਸਟਰ। ਕੌਂਸਲ ਆਫ ਮਿਨਿਸਟਰ ਦਾ ਜਿਹੜਾ ਮੇਨ ਹੁੰਦਾ ਪ੍ਰਧਾਨ ਉਹਨੂੰ ਕੀ ਕਿਹਾ ਜਾਂਦਾ? ਪ੍ਰਾਈਮ ਮਿਨਿਸਟਰ। ਇੱਥੇ ਆਪਾਂ ਇਹਦੀ ਆਪਸ਼ਨਸ ਜਿਹੜੀ ਆ ਜੇ ਆਪਾਂ ਲਈਏ ਤਾਂ ਪ੍ਰਾਈਮ ਮਿਨਿਸਟਰ ਵੀ ਆ ਸਕਦੀ ਆ, ਕਿਉਂਕਿ ਪ੍ਰਾਈਮ ਮਿਨਿਸਟਰ ਜਿਹੜਾ ਉਹ ਇਹਨਾਂ ਦਾ ਸਾਰੀ ਕੌਂਸਲ ਆਫ ਮਿਨਿਸਟਰ ਦਾ ਹੈਡ ਹੁੰਦਾ, ਇਸ ਕਰਕੇ ਦੋਨੇ ਹੀ ਆਪਸ਼ਨ ਸਹੀ ਆ। ਪਰ ਜਿਹੜਾ ਐਕਚੁਅਲ ਤੌਰ 'ਤੇ ਜਿਹੜਾ ਆਪਾਂ ਆਪਸ਼ਨ ਦੇਖਾਂਗੇ ਉਹ ਹੈ ਜੀ ਪ੍ਰਾਈਮ ਮਿਨਿਸਟਰ। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫਾਲੋਇੰਗ ਸਟੇਜਸ ਇਜ਼ ਰਿਲੇਟਡ ਟੂ ਜਨਰਲ ਡਿਸਕਸ਼ਨ ਆਫ ਬਿੱਲ ਇਨ ਦਾ ਲੋਕ ਸਭਾ। ਇਹਨਾਂ ਦੇ ਵਿੱਚੋਂ ਕਿਹੜੀਆਂ ਜਿਹੜੀਆਂ ਉਹ ਸਟੇਜਸ ਰਿਲੇਟਡ ਆ ਜਨਰਲ ਡਿਸਕਸ਼ਨ ਆਫ ਬਿਲਸ ਦੇ ਨਾਲ? ਫਸਟ ਹੈ ਜੀ ਇੰਟਰੋਡਕਸ਼ਨ ਆਫ ਦੀ ਬਿੱਲ, ਸੈਕੰਡ ਰੀਡਿੰਗ, ਥਰਡ ਰੀਡਿੰਗ, ਰਿਪੋਰਟ ਸਟੇਜ। ਤਾਂ ਜਿਹੜੀ ਇਹਦੀ ਸਹੀ ਆਨਸਰ ਹੈ ਜੀ ਉਹ ਹੈ ਜੀ ਸੈਕੰਡ ਰੀਡਿੰਗ। ਨੈਕਸਟ ਕੁਐਸਚਨ ਇਜ਼ ਵਾਟ ਇਜ਼ ਦਾ ਟੈਨਰ ਆਫ ਮੈਂਬਰਸ ਆਫ ਦੀ ਰਾਜ ਸਭਾ। ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਜਿਹੜਾ ਉਹ ਕਿੰਨਾ ਹੁੰਦਾ? 2 ਸਾਲ, 3 ਸਾਲ, 5 ਸਾਲ, 6 ਸਾਲ। ਤਾਂ ਜਿਹੜਾ ਦਾ ਸਹੀ ਆਨਸਰ ਹੈ ਉਹ ਹੈ ਜੀ 6 ਸਾਲ। ਇਹਦੇ ਜਿਹੜੇ ਆਪਾਂ ਅੱਗੇ ਵੀ ਦੇਖਿਆ ਸੀ ਕਿ ਜਿਹੜੇ 1/3 ਮੈਂਬਰ ਆ ਉਹ ਹਰ 2 ਸਾਲ ਬਾਅਦ ਜਿਹੜੇ ਆ ਰਿਟਾਇਰ ਹੋ ਜਾਂਦੇ ਆ। ਨੈਕਸਟ ਕੁਐਸਚਨ ਇਜ਼ ਵਿਚ ਅਮੈਂਡਮੈਂਟ empowered the state to deploy its armed forces in any state to deal with the grave situation of law and order। ਆਪਾਂ ਇਹ ਦੇਖਣਾ ਕਿ ਕਿਹੜੀ ਅਮੈਂਡਮੈਂਟ ਦੇ ਨਾਲ ਕੀ ਆ ਕਿ ਜਿਹੜਾ ਆਰਮਡ ਫੋਰਸਿਸ ਦਾ ਜਿਹੜਾ ਐਕਟ ਆ ਜਿਹਦੇ ਵਿੱਚ ਲਾਅ ਐਂਡ ਆਰਡਰ ਨੂੰ ਜਿਹੜਾ ਉਹ ਕਾਇਮ ਰੱਖਿਆ ਜਾਂਦਾ, ਉਹ ਕਿਹੜਾ ਅਮੈਂਡਮੈਂਟ ਹੈਗੀ ਆ? ਫਸਟ ਆਪਸ਼ਨ ਹੈ ਜੀ 42ਵੀਂ ਅਮੈਂਡਮੈਂਟ 1976, 44ਵੀਂ ਅਮੈਂਡਮੈਂਟ 1978, 46ਵੀਂ ਅਮੈਂਡਮੈਂਟ 1982, 48ਵੀਂ ਅਮੈਂਡਮੈਂਟ 1984। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ 42ਵੀਂ ਅਮੈਂਡਮੈਂਟ 1976। ਨੈਕਸਟ ਕੁਐਸਚਨ ਇਜ਼ The 86th Amendment Act of 2002 changed the subject matter of which of the following article of the Directive Principles। ਜਿਹੜੀ 86ਵੀਂ ਅਮੈਂਡਮੈਂਟ 2002 ਐਕਟ ਹੈ ਉਹਦੇ ਵਿੱਚ ਸਬਜੈਕਟ ਮੈਟਰ ਜਿਹੜਾ ਉਹ ਚੇਂਜ ਕੀਤਾ ਗਿਆ। ਆਪਾਂ ਦੱਸਣਾ ਕਿ ਕਿਹੜੇ ਆਰਟੀਕਲ ਦੇ ਅੰਡਰ ਉਹ ਜਿਹੜਾ ਉਹ ਚੇਂਜ ਕੀਤਾ ਗਿਆ। ਫਸਟ ਹੈ ਜੀ ਆਰਟੀਕਲ 45, ਆਰਟੀਕਲ 47, ਆਰਟੀਕਲ 50, ਆਰਟੀਕਲ 51। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਰਟੀਕਲ 45। ਨੈਕਸਟ ਕੁਐਸਚਨ ਇਜ਼ ਵਾਟ ਇਜ਼ ਦਾ ਸਟਰੈਂਥ ਆਫ ਜੱਜ ਆਫ ਦੀ ਸੁਪਰੀਮ ਕੋਰਟ ਆਫ ਇੰਡੀਆ ਐਟ ਪ੍ਰੈਜ਼ੈਂਟ। ਸੁਪਰੀਮ ਕੋਰਟ ਆਫ ਇੰਡੀਆ ਦੇ ਟੋਟਲ ਸਟਰੈਂਥ ਜਿਹੜੀ ਇਸ ਵੇਲੇ ਪ੍ਰੈਜ਼ੈਂਟ ਜੱਜਾਂ ਦੀ ਉਹ ਕਿੰਨੀ ਹੈ? 29, 31, 34, 35। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ 34, 34। ਇਹਦੇ ਵਿੱਚ 33 ਜੱਜ ਆਉਂਦੇ ਹਨ ਅਤੇ ਇੱਕ ਸੀਨੀਅਰ ਮੋਸਟ ਜੱਜ ਆਉਂਦਾ ਹੈ ਜਿਹਨੂੰ ਚੀਫ ਜਸਟਿਸ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਇਜ਼ ਹੂ ਇਜ਼ ਅਥੋਰਾਈਜ਼ਡ ਟੂ ਇਨਕਰੀਜ਼ ਦਾ ਨੰਬਰ ਆਫ ਜੱਜਸ ਇਨ ਦਾ ਸੁਪਰੀਮ ਕੋਰਟ ਆਫ ਇੰਡੀਆ। ਇਹਨਾਂ ਦੇ ਵਿੱਚੋਂ ਕਿਹੜੀ ਅਥਾਰਟੀ ਦੇ ਨਾਲ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਜਿਹੜੀ ਆ ਉਹ ਵਧਾਈ ਜਾ ਸਕਦੀ ਆ? ਫਸਟ ਹੈ ਜੀ ਚੀਫ ਜਸਟਿਸ ਆਫ ਇੰਡੀਆ, ਪਾਰਲੀਮੈਂਟ, ਪ੍ਰੈਜ਼ੀਡੈਂਟ, ਦਾ ਲਾ ਕਮਿਸ਼ਨ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਪਾਰਲੀਮੈਂਟ ਦੇ ਕਹਿਣ 'ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਜਿਹੜੀ ਆ ਉਹ ਵਧਾਈ ਜਾ ਸਕਦੀ ਆ। ਨੈਕਸਟ ਕੁਐਸਚਨ ਇਜ਼ ਹੂ ਵਾਜ਼ ਅਪੁਆਇੰਟਡ ਐਜ਼ ਦਾ ਚੇਅਰਮੈਨ ਆਫ 6 ਮੈਂਬਰ ਕਮੇਟੀ ਰਿਫਾਰਮਸ ਕਮਿਸ਼ਨ ਇਨ 1966। 1966 ਦੇ ਵਿੱਚ ਐਡਮਿਨਿਸਟ੍ਰੇਸ਼ਨ ਰਿਫਾਰਮ ਕਮਿਸ਼ਨ ਜਿਹੜਾ ਉਹ ਅਪੁਆਇੰਟ ਹੋਇਆ, ਜਿਹਦੇ ਵਿੱਚ ਕਿ 6 ਮੈਂਬਰ ਸੀਗੇ ਅਤੇ ਆਪਾਂ ਉਹਦਾ ਦੱਸਣਾ ਕਿ ਚੇਅਰਮੈਨ ਕੌਣ ਸੀ ਇਹਨਾਂ ਦੇ ਵਿੱਚੋਂ? ਜਵਾਹਰ ਲਾਲ ਨਹਿਰੂ, HC ਮਾਥੁਰ, ਵੀ ਸ਼ੰਕਰ, ਮੋਰਾਰਜੀ ਦੇਸਾਈ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਮੋਰਾਰਜੀ ਦੇਸਾਈ। ਨੈਕਸਟ ਕੁਐਸਚਨ ਇਜ਼ ਹੂ ਇਜ਼ ਦਾ ਕਾਮਨ ਚੇਅਰਮੈਨ ਆਫ ਦੀ 5 ਜ਼ੋਨਲ ਕੌਂਸਲਸ। 5 ਜ਼ੋਨਲ ਕੌਂਸਲ ਜਿਹੜੇ ਹੈ ਉਹਨਾਂ ਦਾ ਕਾਮਨ ਚੇਅਰਮੈਨ ਕੌਣ ਆ? ਪਹਿਲਾ ਹੈ ਜੀ ਯੂਨੀਅਨ ਹੋਮ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ, ਗਵਰਨਰ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਯੂਨੀਅਨ ਹੋਮ ਮਿਨਿਸਟਰ।
ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਵਾਈਸ ਚੇਅਰਮੈਨ ਜਿਹੜੇ ਆ ਉਹ ਚੀਫ ਮਿਨਿਸਟਰ ਜਿਹੜੇ ਆ ਸਟੇਟਾਂ ਦੇ, ਉਹਨਾਂ ਨੂੰ ਹਰ ਵਾਰ ਰੋਟੇਸ਼ਨ ਵਾਈਜ਼ 1 ਸਾਲ ਦੇ ਲਈ ਜਿਹੜਾ ਉਹ ਲਗਾਇਆ ਜਾਂਦਾ ਹੈ। ਨੈਕਸਟ ਕੁਐਸਚਨ ਇਜ਼ ਹੂ ਇਲੈਕਟ ਦਾ ਡਿਪਟੀ ਸਪੀਕਰ ਇਨ ਦਾ ਲੈਜਿਸਲੇਚਰ ਅਸੈਂਬਲੀ। ਡਿਪਟੀ ਸਪੀਕਰ ਨੂੰ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਕੌਣ ਚੁਣਦਾ ਹੈ? ਪਹਿਲਾ ਹੈ ਜੀ ਗਵਰਨਰ, ਚੀਫ ਮਿਨਿਸਟਰ, ਸਪੀਕਰ, ਅਸੈਂਬਲੀ ਇਟਸੈਲਫ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਅਸੈਂਬਲੀ ਇਟਸੈਲਫ। ਲੈਜਿਸਲੇਟਿਵ ਅਸੈਂਬਲੀ ਜਿਹੜੀ ਆ ਉਹ ਆਪਣੇ ਆਪ ਹੀ ਡਿਪਟੀ ਸਪੀਕਰ ਦੀ ਚੋਣ ਜਿਹੜੀ ਆ ਉਹ ਕਰਦੀ ਹੈ। ਨੈਕਸਟ ਕੁਐਸਚਨ ਇਜ਼ ਹੂ ਇਸ਼ੂ ਏ ਨੋਟੀਫਿਕੇਸ਼ਨ ਫਾਰ prorogation of the session in the state legislative assembly। ਇਹਨਾਂ ਦੇ ਵਿੱਚੋਂ ਸਟੇਟ ਲੈਜਿਸਲੇਟਿਵ ਅਸੈਂਬਲੀ ਨੂੰ ਭੰਗ ਕਰਨ ਲਈ ਨੋਟੀਫਿਕੇਸ਼ਨ ਕੌਣ ਇਸ਼ੂ ਕਰਦਾ ਹੈ? ਫਸਟ ਹੈ ਜੀ ਚੀਫ ਮਿਨਿਸਟਰ, ਸੈਕੰਡ ਹੈ ਜੀ ਗਵਰਨਰ, ਥਰਡ ਹੈ ਜੀ ਸਪੀਕਰ ਐਂਡ ਲਾਸਟ ਹੈ ਜੀ ਚੇਅਰਮੈਨ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਗਵਰਨਰ। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਕਰੈਕਟ ਵਿਦ ਰਿਸਪੈਕਟ ਟੂ ਸਟੇਟ ਲੈਜਿਸਲੇਚਰ। ਸਟੇਟ ਲੈਜਿਸਲੇਚਰ ਦੇ ਰਿਸਪੈਕਟ ਦੇ ਵਿੱਚ ਕਿਹੜੀਆਂ ਸਟੇਟਮੈਂਟ ਜਿਹੜੀਆਂ ਉਹ ਕਰੈਕਟ ਹਨ? ਏ ਮਿਨਿਸਟਰ ਕੈਨ ਨਾਟ ਪਾਰਟੀਸਪੇਟ ਇਨ ਦਾ ਪ੍ਰੋਸੀਡਿੰਗ ਆਫ ਏ ਹਾਊਸ ਆਫ ਵਿਚ ਹੀ ਇਜ਼ ਨਾਟ ਏ ਮੈਂਬਰ। ਕਿ ਮਿਨਿਸਟਰ ਜਿਹੜੇ ਆ ਉਹ ਪਾਰਟੀਸਪੇਟ ਨਹੀਂ ਕਰ ਸਕਦੇ ਪ੍ਰੋਸੀਡਿੰਗ ਦੇ ਵਿੱਚ ਜਿਹੜੇ ਕਿ ਇਹਦੇ ਮੈਂਬਰ ਨਹੀਂ ਆ। ਸੈਕੰਡ ਹੈ ਏ ਮਿਨਿਸਟਰ ਹੂ ਇਜ਼ ਨਾਟ ਏ ਮੈਂਬਰ ਆਫ ਆਈਦਰ ਹਾਊਸ ਕੈਨ ਪਾਰਟੀਸਪੇਟ ਇਨ ਦਾ ਪ੍ਰੋਸੀਡਿੰਗਸ ਆਫ ਬੋਥ ਦੀ ਹਾਊਸਿਸ। ਕਿ ਇੱਕ ਮਿਨਿਸਟਰ ਜਿਹੜਾ ਕਿ ਕਿਸੇ ਵੀ ਹਾਊਸ ਦਾ ਮੈਂਬਰ ਨਹੀਂ ਆ ਉਹ ਪਾਰਟੀਸਪੇਟ ਕਰ ਸਕਦਾ ਬੋਥ ਦੀ ਹਾਊਸਿਸ ਦੀ ਪ੍ਰੋਸੀਡਿੰਗਸ ਨੂੰ। ਤਾਂ ਇਹਦੀਆਂ ਆਪਸ਼ਨਸ ਹੈ ਓਨਲੀ 1, ਓਨਲੀ 2, ਬੋਥ 1 ਐਂਡ 2, ਨਾਈਦਰ 1 ਐਂਡ 2। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਓਨਲੀ 2। ਨੈਕਸਟ ਕੁਐਸਚਨ ਇਜ਼ what is the maximum period for the president can appoint duly qualified persons as additional judge of the high court। ਕਿ ਪ੍ਰੈਜ਼ੀਡੈਂਟ ਜਿਹੜਾ ਉਹ ਕਿੰਨੇ ਸਮੇਂ ਵਾਸਤੇ ਐਡੀਸ਼ਨਲ ਜੱਜ ਆਫ ਹਾਈ ਕੋਰਟ ਨੂੰ ਅਪੁਆਇੰਟ ਕਰ ਸਕਦਾ? ਪਹਿਲੀ ਆਪਸ਼ਨ ਹੈ ਜੀ 6 ਮਹੀਨੇ, 9 ਮਹੀਨੇ, 1 ਸਾਲ, 2 ਸਾਲ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ 2 ਸਾਲ। ਨੈਕਸਟ ਕੁਐਸਚਨ ਇਜ਼ both the additional or acting judge cannot hold office after attaining the age। ਜਿਹੜੇ ਦੋਨੇ ਹੀ ਐਡੀਸ਼ਨਲ ਅਤੇ ਐਕਟਿੰਗ ਜੱਜ ਜਿਹੜੇ ਆ ਉਹ ਕਿੰਨੀ ਏਜ ਤੱਕ ਜਿਹੜੇ ਆ ਉਹ ਆਫਿਸ ਦੇ ਵਿੱਚ ਰਹਿ ਸਕਦੇ ਆ? ਕਹਿੰਦਾ ਭਾ ਕਿ ਕਿੰਨੀ ਏਜ ਤੱਕ ਜਿਹੜੀ ਆ ਉਹ ਸਰਵਿਸ ਕਰ ਸਕਦੇ ਆ। ਫਸਟ ਹੈ ਜੀ ਆਪਸ਼ਨ ਹੈ 62, 65, 70, ਨਨ ਆਫ ਦੀ ਅਬਵ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ 62। Next question is the constitutional empower a high court to issue writs under which article। constitutional empower ਹਾਈ ਕੋਰਟ ਜਿਹੜੀ ਆ ਇਸ਼ੂ ਕਰਦੀ ਆ ਵੱਖ-ਵੱਖ ਤਰ੍ਹਾਂ ਦੀਆਂ ਰੇਟਸ, ਉਹ ਕਿਹੜੇ ਆਰਟੀਕਲ ਦੇ ਅੰਡਰ ਇਸ਼ੂ ਕਰਦੀ ਆ? ਆਰਟੀਕਲ 32 ਦੇ, ਆਰਟੀਕਲ 76 ਦੇ, ਆਰਟੀਕਲ 144 ਦੇ ਕਿ ਆਰਟੀਕਲ 226 ਦੇ। ਤਾਂ ਜਿਹੜਾ ਦਾ ਸਹੀ ਆਨਸਰ ਹੈ ਉਹ ਹੈ ਜੀ ਆਰਟੀਕਲ 226 ਦੇ। Next question is the power of the High Court to issue writs comes under which of the following। ਜਿਹੜੀ ਹਾਈ ਕੋਰਟ ਰਿਟ ਇਸ਼ੂ ਕਰਦੀ ਆ ਉਹ ਇਹਨਾਂ ਦੇ ਵਿੱਚੋਂ ਕਿਹਦੇ ਅੰਡਰ ਆਉਂਦੀ ਆ? ਫੰਡਾਮੈਂਟਲ ਰਾਈਟਸ ਦੇ, ਸਟੈਚੂਟਰੀ ਰਾਈਟਸ ਦੇ, ਕੌਨਸਟੀਟਿਊਸ਼ਨਲ ਰਾਈਟਸ ਦੇ ਕਿ ਆਲ ਆਫ ਦੀ ਅਬਵ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਕੌਨਸਟੀਟਿਊਸ਼ਨਲ ਰਾਈਟਸ ਦੇ। ਨੈਕਸਟ ਕੁਐਸਚਨ ਇਜ਼ which committee recommend the establishment of a 3-tier ਪੰਚਾਇਤੀ ਰਾਜ ਸਿਸਟਮ। ਕਿਹੜੀ ਕਮੇਟੀ ਨੇ ਰਿਕਮੈਂਡ ਕੀਤਾ ਐਸਟੈਬਲਿਸ਼ਮੈਂਟ ਆਫ 3-tier ਪੰਚਾਇਤੀ ਰਾਜ ਸਿਸਟਮ? ਪਹਿਲੀ ਹੈ ਜੀ ਸਟੱਡੀ ਟੀਮ ਔਨ ਪੰਚਾਇਤੀ ਰਾਜ ਐਡਮਿਨਿਸਟ੍ਰੇਸ਼ਨ, ਬਲਵੰਤ ਰਾਏ ਮਹਿਤਾ ਕਮੇਟੀ, ਅਸ਼ੋਕ ਮਹਿਤਾ ਕਮੇਟੀ, GVK ਰਾਓ ਕਮੇਟੀ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਬਲਵੰਤ ਰਾਏ ਮਹਿਤਾ ਕਮੇਟੀ। Next question is which of the following may not constitute ਪੰਚਾਇਤ at the immediate level। ਕਿ ਇਹਨਾਂ ਦੇ ਵਿੱਚੋਂ
ਇਮੀਡੀਏਟ ਲੈਵਲ 'ਤੇ ਜਿਹੜੀ ਪੰਚਾਇਤ ਬਣਦੀ ਆ ਉਹ ਇਹਨਾਂ ਕਿਹੜੀ ਕੰਡੀਸ਼ਨ ਦੇ ਵਿੱਚ ਨਹੀਂ ਬਣ ਸਕਦੀ। ਪਹਿਲੀ ਹੈ ਜੀ ਹਿੱਲੀ ਸਟੇਟਸ, state having population less than 10 lakhs, state having population less than 20 lakhs, state having 50% tribal population। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ state having population less than 20 lakhs। ਜਿੱਥੇ 20 ਲੱਖ ਤੋਂ ਘੱਟ ਪਾਪੂਲੇਸ਼ਨ ਹੁੰਦੀ ਹੈ ਜਿਹੜੀ ਸਟੇਟ ਦੀ, ਉਹਦੇ ਵਿੱਚ ਇਮੀਡੀਏਟ ਲੈਵਲ ਦੀ ਪੰਚਾਇਤ ਨਹੀਂ ਬਣ ਸਕਦੀ। ਨੈਕਸਟ ਐਂਡ ਲਾਸਟ ਕੁਐਸਚਨ ਇਜ਼ who amongst the following are not eligible for reservation of seats in the municipality। ਮਿਊਨਿਸਪੈਲਿਟੀ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਉਹ ਰਿਜ਼ਰਵੇਸ਼ਨ ਆਫ ਸੀਟਸ ਦੇ ਲਈ ਐਲੀਜੀਬਲ ਨਹੀਂ ਹੈ। ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ, ਵੂਮੈਨ, ਨਨ ਆਫ ਦੀ ਅਬਵ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਨਨ ਆਫ ਦੀ ਅਬਵ। ਸ਼ਡਿਊਲ ਕਾਸਟ ਨੂੰ ਵੀ ਰਿਜ਼ਰਵੇਸ਼ਨ ਸ਼ਡਿਊਲ ਕਾਸਟ ਦੀ ਵੀ ਕੀਤੀ ਜਾਂਦੀ ਹੈ, ਸ਼ਡਿਊਲ ਟਰਾਈਬਸ ਦੀ ਵੀ ਕੀਤੀ ਜਾਂਦੀ ਹੈ, ਅਤੇ ਵੂਮਨਸ ਦੀ ਵੀ ਜਿਹੜੀ ਆ ਉਹ ਰਿਜ਼ਰਵੇਸ਼ਨ ਕੀਤੀ ਜਾਂਦੀ ਹੈ। ਆਈ ਹੋਪ ਕਿ ਤੁਹਾਨੂੰ ਜਿਹੜੇ ਇਹ ਕੁਐਸਚਨ ਆ ਉਹ ਪੂਰੀ ਤਰ੍ਹਾਂ ਅੰਡਰਸਟੈਂਡ ਹੋ ਗਏ ਹੋਣਗੇ। ਅਤੇ ਮੈਂ ਅਖੀਰ 'ਤੇ ਇਹ ਕਹੂੰਗਾ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਮੋਟੀਵੇਟ ਕਰੋ ਤਾਂ ਕਿ ਮੈਂ ਅਤੇ ਮੇਰੀ ਜਿਹੜੀ ਟੀਮ ਆ ਜਿਹੜੀ ਕਿ ਗਰੀਬ ਬੱਚਿਆਂ ਦੀ ਭਲਾਈ ਵਾਸਤੇ ਕੰਮ ਕਰ ਰਹੀ ਆ, ਉਹ ਵੱਧ ਤੋਂ ਵੱਧ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈਏ। ਇਸ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।